ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਨੌਵੇਂ ਕੇ ਸ਼ਲੋਕ 10ਵਾਂ। ਜੈ ਸਿਮਰਤ ਗਤ ਪਾਈਐ ਤੇ ਭਜਰੇ ਤੇ ਮੀਤ, ਕਉ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਜਹ ਸਿਮਰਤ ਗਤ ਪਾਈਏ ਤੇ ਭਜਰੇ ਤੇ ਮੀਤ, ਕਉ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ। ਸਤਿਗੁਰੂ ਸਮਝਾਉਂਦੇ ਨੇ ਭਾਈ, ਸਮਾਂ ਭੱਜਿਆ ਜਾ ਰਿਹਾ, ਆਤਮਾ ਦੀ ਗਤੀ ਹੋਣੀ ਆ। ਅਸੀਂ ਸਰੀਰ ਦੀ ਗਤੀ ਤਾਂ ਕਰਾਈ ਜਾਂਦੇ ਹਾਂ, ਸਾਰੇ ਸਾਡੇ ਧਰਮ ਸੰਸਕਾਰ ਬਣੇ ਹੋਏ ਨੇ, ਜਾਂਦੇ ਹਾਂ ਜਗ੍ਹਾ ਜਗ੍ਹਾ, ਸਰੀਰ ਕਰਕੇ ਗਤੀ ਕਰਾਈ ਜਾਂਦੇ। ਜਿੰਨੇ ਵੀ ਕਰਮ ਧਰਮ ਕਰਦੇ ਆ ਸਾਰੇ ਸਰੀਰ ਕਰਕੇ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੇ ਗਿਆਨ ਤੋਂ ਬਾਅਦ ਸਾਡੀ ਜਿਹੜੀ ਗਤੀ ਸ਼ੁਰੂ ਹੋਣੀ ਆ। ਗਤੀ ਕੀ ਆ ਆਪਾਂ ਵਿਚਾਰੀਏ। ਯੈ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਯੈ ਪ੍ਰਸਾਦ ਤੋਂ ਭਾਵ ਹੈ ਉਹਦੀ ਕਿਰਪਾ, ਗੁਰਸ਼ਬਦ ਦਾ ਗਿਆਨ ਤੋਂ ਬਾਅਦ ਸਾਨੂੰ ਇਹ ਸਮਝ ਆਉਣੀ ਹੈ ਭਗਤੀ ਕੀ ਹੈ, ਗਤੀ ਕੀ ਹੈ। ਉਹਦੀ ਕਿਰਪਾ ਨਾਲ ਸਾਨੂੰ ਇਹ ਦੇਹੀ ਮਿਲੀ ਹੈ, ਭਗਤੀ ਕਰਨੀ ਹੈ ਅਸੀਂ। ਇਹ ਐਸੀ ਭਗਤੀ ਹੈ ਭਾਈ, ਅਸੀਂ ਕੰਮਕਾਰ ਕਰਦੇ ਹੋਏ ਵੀ ਇਹ ਕਰ ਸਕਦੇ ਹਾਂ। ਹਾਥ ਪਾਉ ਕਾਮ ਕਰ ਸਭ ਚਿੱਤ ਨਿਰੰਜਨ ਨਾਲ। ਇਹ ਧਿਆਨ ਦਾ ਵਿਸ਼ਾ, ਧਿਆਨ ਕੇਂਦਰ ਕਰਨਾ ਆਪਾਂ। ਪਰ ਗਿਆਨ ਤੋਂ ਬਿਨਾਂ ਧਿਆਨ ਕਿਵੇਂ ਕੇਂਦਰ ਹੋਊ? ਗਿਆਨ ਹੀ ਧਿਆਨ ਹੈ, ਧਿਆਨ ਹੀ ਲਿਵ ਹੈ। ਪਰ ਸਾਨੂੰ ਗਿਆਨ ਹੀ ਨਹੀਂ ਹੋਇਆ, ਧਿਆਨ ਕਿਵੇਂ ਕੇਂਦਰ ਹੋਊਗਾ? ਪਿੱਛੇ ਤੋਂ ਆਪਾਂ ਦੇਖਦੇ ਆਉਂਦੇ ਹਾਂ, ਪ੍ਰਚਲਿਤ ਮੱਤਾਂ ਚੱਲਦੀਆਂ ਆ ਰਹੀਆਂ। ਫਾਸਨ ਕੀ ਵਿਧ ਸਭ ਕੋ ਜਾਣੇ, ਛੂਟਣ ਕੀ ਇੱਕ ਕੋਈ। ਛੂਟਣ ਦੀ ਇੱਕ ਵਿਧੀ ਹੈ ਗੁਰਮਤ, ਉਹ ਆਪਾਂ ਲੈਣੀ ਆ, ਆਪਣੀ ਮੱਤ ਦਾ ਤਿਆਗ ਕਰਨਾ ਹੈ। ਗੁਰ ਕੀ ਮਤਿ ਤੂੰ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਬੜੇ ਬੜੇ ਸਿਆਣੇ ਦੇਖ ਹੀ ਰਹੇ ਆ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਹੈ। ਇਹ ਭਗਤੀ ਕਰਨੀ ਹੈ, ਸਾਡੀ ਗਤੀ ਹੋਣੀ ਹੈ। ਗਤੀ ਕੀ ਹੁੰਦੀ ਹੈ? ਜਦੋਂ ਕੋਈ ਸਿੱਖ ਸੰਗਤ ਗੁਰਸ਼ਬਦ ਦੀ ਵਿਚਾਰ 'ਤੇ ਲੱਗਦੀ ਹੈ ਅਤੇ ਕਿਰਪਾ ਰਹਿਮਤ ਹੁੰਦੀ ਹੈ ਕੁਦਰਤੀ, ਉਹ 'ਚੋਂ ਗਿਆਨ ਪੈਦਾ ਹੁੰਦਾ ਹੈ। ਇਹ ਪਹਿਲਾ ਪਦਾਰਥ ਹੈ ਆਪਣਾ, ਜੋ ਵੀ ਇਹ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲੂਗਾ ਉਹਨੂੰ ਇਹ ਪ੍ਰਾਪਤੀ ਹੋਊਗੀ। ਕਾਲ ਉਹਨੂੰ ਛੂਹ ਨਹੀਂ ਸਕਦਾ। ਪਰ ਸਾਨੂੰ ਗੁਰਬਾਣੀ ਅਨੁਸਾਰ ਚੱਲਣਾ ਪਊਗਾ। ਗੁਰਬਾਣੀ ਅਨੁਸਾਰ ਅਸੀਂ ਤਾਈਓ ਚੱਲਾਂਗੇ ਜੇ ਭਾਈ ਗੁਰਸ਼ਬਦ ਨੂੰ ਧਿਆਨ ਨਾਲ ਵਿਚਾਰਾਂਗੇ, ਸੁਣਾਂਗੇ। ਜਿੱਥੇ ਵੀ ਜਾਵਾਂਗੇ, ਗੁਰੂ ਘਰ ਕਹਿ ਲਓ, ਜਿੱਥੇ ਦੀਵਾਨ ਸਜਾਏ ਜਾਂ ਕੀਰਤਨ ਦਰਬਾਰ ਲਾਏ ਜਾਂਦੇ, ਜਿੱਥੇ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਜਸ ਹੁੰਦਾ ਹੈ, ਅਸੀਂ ਗੁਰਸ਼ਬਦ ਕਰੀਏ, ਧਿਆਨ ਰੱਖਣਾ। ਉਹੀ ਤਾਂ ਸਿੱਖ ਹੈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਵਾਰ, ਫੇਰ ਹੀ ਨਦਰ ਹੋਊਗੀ, ਫੇਰ ਹੀ ਰਹਿਮਤ ਹੋਊਗੀ। ਪਰ ਜੇ ਅਸੀਂ ਸੁਣਾਂਗੇ ਹੀ ਨਹੀਂ, ਵਿਚਾਰਾਂਗੇ, ਸਾਨੂੰ ਸਮਝ ਹੀ ਨਹੀਂ ਆਉਣੀ ਗਤੀ ਕੀ ਹੈ। ਅਸੀਂ ਸਰੀਰ ਦੀ ਗਤੀ ਤਾਂ ਕਰਾਈ ਜਾਂਦੇ, ਸਾਰੇ ਧਰਮ ਕਰਾਈ ਜਾਂਦੇ। ਬਹੁਤ ਐਸੇ ਲੋਕ ਨੇ ਜਿਹਨਾਂ ਦਾ ਪਤਾ ਹੀ ਨਹੀਂ ਲੱਗਦਾ ਵਿਚਾਰ ਦਾ, ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਨੇ ਹਜ਼ਾਰਾਂ ਦੇ ਹਿਸਾਬ ਨਾਲ। ਫਿਰ ਉਹਨਾਂ ਦੀ ਗਤੀ ਕੌਣ ਕਰਾਉਂਦਾ? ਉਹ ਸਾਡਾ ਭਰਮ ਹੀ ਸੀ। ਪਿੱਛੇ ਤੋਂ ਮੱਤਾਂ ਚੱਲਦੀਆਂ ਆਈਆਂ, ਅਸੀਂ ਉਵੇਂ ਕਰਦੇ ਆਏ ਹਾਂ। ਪਰ ਹੁਣ ਜਿਹੜੇ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਆ ਕੇ ਵੀ ਫਿਰ ਭਟਕਦੇ ਫਿਰਦੇ ਨੇ, ਫਿਰ ਉਹ ਅਭਾਗੇ ਨੇ। ਕਿਉਂ ਅਭਾਗੇ ਨੇ? ਸਤਿਗੁਰਾਂ ਦੇ ਬਚਨ ਨੂੰ ਸਤ ਕਰਕੇ ਮੰਨਦੇ ਨਹੀਂ, ਬਾਣੀ ਉਹਨਾਂ ਨੇ ਸਤ ਕਰਕੇ ਮੰਨੇ ਨਹੀਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਉਹੀ ਸਤਿਗੁਰ ਸਮਝਾਉਂਦੇ ਨੇ, ਜੇ ਸਿਮਰਤ ਗਤ ਪਾਈਏ ਤੇ ਭਜਰੇ ਬੀਤ। ਹੇ ਮਨਾ, ਕਿੰਨੇ ਪਿਆਰ ਨਾਲ ਸਮਝਾਉਂਦੇ ਆ ਸਤਿਗੁਰੂ। ਹੇ ਮਨਾ, ਜਿਹਨੂੰ ਸਮਝ ਕੇ ਜਪ ਕੇ ਭਗਤੀ ਕਰਕੇ ਸਾਨੂੰ ਗਤੀ ਪ੍ਰਾਪਤ ਹੋਣੀ ਆ, ਉਹਨੂੰ ਉਹਦੇ ਨਾਲ ਕਿਉਂ ਨਹੀਂ ਜੁੜਦਾ? ਉਹ ਕੀ ਹੈ? ਗੁਰਸੇਵਾ ਸ਼ਬਦ ਵਿਚਾਰ। ਅੱਗੇ ਆਪਾਂ ਨੂੰ ਆ ਜਾਣ ਨਾਰਾਇਣ, ਥਿਰ ਨਾਰਾਇਣ, ਥਿਰ ਗੁਰੂ। ਸੰਸਾਰ ਥਿਰ ਨਹੀਂ ਹੈ, ਅਸੀਂ ਤਾਂ ਉਹਦੇ ਆਸਰੇ ਬੈਠੇ ਹਾਂ। ਇਹ ਮਨੁੱਖਾ ਦੇਹੀ ਸਾਨੂੰ ਮਿਲੀ ਹੈ ਗਤੀ ਖਾਤਰ। ਗਤੀ ਕੀ ਹੁੰਦੀ ਹੈ? ਜਦੋਂ ਗਿਆਨ ਸਾਨੂੰ ਹੁੰਦਾ, ਆਤਮਾ ਪ੍ਰਾਤਮਾ ਦੇ ਵਿੱਚ ਲੈਅ ਹੋ ਜਾਂਦੀ ਹੈ, ਆਪਦਾ ਰੂਪ ਛੱਡ ਜਾਂਦੀ ਹੈ, ਉਹਨੂੰ ਗਤੀ ਕਹਿੰਦੇ। ਕੋਈ ਵੀ ਪ੍ਰਾਪਤ ਕਰ ਸਕਦਾ ਹੈ। ਚੌਂ ਵਰਨਾ ਕੋ ਉਪਦੇਸ ਸਾਂਝਾ, ਜੋ ਜੋ ਜਪੈ ਤਿਸ ਕੀ ਗਤ ਹੋਏ। ਉਹੀ ਸਤਿਗੁਰੂ ਸਮਝਾਉਂਦੇ ਨੇ। ਇਹ ਮਨ ਆਪਾਂ ਕਿਉਂ ਨਾ ਭਗਤਾਂ ਗੁਰੂਆਂ ਦੇ ਦਰਸਾਤੇ ਰਾਹ 'ਤੇ ਚੱਲ ਕੇ ਆਪਾਂ ਉਹ ਪ੍ਰਾਪਤੀ ਕਰੀਏ।
ਕਹੋ ਨਾਨਕ ਸੁਨ ਰੇ ਮਨਾ ਔਧ ਘੜਤ ਹੈ ਨੀਤ। ਫਿਰ ਉਮਰ ਤਾਂ ਉਹੀ ਜਾਣਦਾ ਜਿਹਨੇ ਭੇਜਿਆ ਸਾਨੂੰ ਤਾਂ ਹੁਣ ਇਹ ਪਤਾ ਨਹੀਂ ਕਦੋਂ ਸਮਾਂ ਆ ਜਾਣਾ। ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚੇ ਆਉਣ, ਜਾਨੂੰ ਸਾਡਾ ਸਮਾਂ ਨਿਕਲ ਜਾਂਦਾ, ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ। ਇਹ ਸਾਰਾ ਸਾਨੂੰ ਸੱਚ ਦੇ ਗਿਆਨ ਤੋਂ ਬਾਅਦ ਸਮਝ ਆਉਣੀ ਹੈ। ਇਹ ਖੇਲ ਬਾਰੇ ਇਹ ਬਹੁਤ ਵੱਡਾ ਤਮਾਸ਼ਾ ਹੈ, ਪਰ ਅਸੀਂ ਇਹਨੂੰ ਆਪਦਾ ਸਮਝੀ ਬੈਠੇ ਹਾਂ। ਇਹ ਜੀਵ ਤਾਂ ਇੱਕ ਪ੍ਰਾਹੁਣਾ ਵਾ ਦੁਨੀਆ ਦੇ ਵਿੱਚ, ਪਰ ਇਹ ਜਾਣਾ ਹੀ ਨਹੀਂ ਚਾਹੁੰਦਾ ਇੱਥੇ ਆ ਕੇ। ਉਹ ਭਗਤ ਜੀ ਸਮਝਾਉਂਦੇ ਨੇ, ਰਾਜਾ ਪਰਜਾ ਸ਼ੰਕਰ ਮਾਰੀ ਐਸੋ ਕਾਲ ਬਡਾਨੀ ਰੇ। ਭਾਈ ਤੂੰ ਕਿੱਡਾ ਵੱਡਾ ਰਾਜਾ ਵੀ ਹੋ ਜਾ, ਚਾਹੇ ਤੂੰ ਗਰੀਬ ਹੋ ਜਾ, ਕਿੱਡੀ ਵੱਡੀ ਵੀ ਸੰਸਾਰ 'ਚ ਉੱਚੀ ਪਦਵੀ ਪ੍ਰਾਪਤ ਕਰ ਲਾ, ਪਰ ਤੈਨੂੰ ਕਾਲ ਨੇ ਚਪੇੜ ਬਰਾਬਰੀ ਮਾਰਨੀ ਆ। ਫਿਰ ਕੀ ਫਾਇਦਾ ਹੋਇਆ ਸਾਡਾ ਸੰਸਾਰ 'ਚ ਆਉਣ ਦਾ? ਕਾਲ ਤੋਂ ਵੀ ਛੁਟਕਾਰਾ ਨਹੀਂ ਪਾਇਆ ਅਸੀਂ। ਆ ਗੁਰੂ ਭਗਤ ਸਾਹਿਬਾਨਾਂ ਨੇ ਕਿੱਡੀ ਕਿਰਪਾ ਕੀਤੀ ਹੈ ਸੰਸਾਰ 'ਤੇ, ਕਿੱਡਾ ਉਪਕਾਰ ਹੈ। ਅਸੀਂ ਸੁਣ ਕੇ ਵੀ ਨਹੀਂ ਰਾਜੀ, ਤਾਂ ਕਿੱਡੇ ਅਭਾਗੇ ਹਾਂ ਅਸੀਂ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਗਤੀ ਕੀ ਹੈ? ਉਹੀ ਹੈ ਗਤੀ ਹੈ ਭਾਈ, ਗਿਆਨ ਤੋਂ ਬਾਅਦ ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ, ਫਿਰ ਇਹਦੀ ਭਗਤੀ ਸ਼ੁਰੂ ਹੋਣੀ ਹੈ। ਗਤੀ ਹੋਈ ਨਹੀਂ, ਲੋਕਾਂ ਦੀ ਗਤੀ ਕਰਾਉਣ ਲੱਗ ਗਿਆ। ਅਬਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ। ਆਉਣਾ ਜਾਣਾ ਆਪਦਾ ਛੁੱਟਿਆ ਨਹੀਂ, ਦੂਆਂ ਦਾ ਠੇਕਾ ਲੈ ਲਿਆ। ਆਪਾਂ ਭਗਤ ਕਬੀਰ ਜੀ ਦਾ ਸ਼ਲੋਕ ਲੈ ਲੈਂਦੇ ਹਾਂ। ਕਬੀਰ ਔਰੋਂ ਕੋ ਉਪਦੇਸ ਤੇ ਮੁਖ में पर है रेत, ਰਾਸ ਬੇਗਾਨੀ ਰਾਖਤੇ ਖਾਇਆ ਘਰ ਕਾ ਖੇਤ। ਭਗਤ ਜੀ ਤਾਂ ਐਂ ਸਮਝਾਉਂਦੇ ਨੇ। ਦੂਆਂ ਨੂੰ ਉਪਦੇਸ਼ ਕਰਦੇ ਹਾਂ ਅਸੀਂ, ਸਾਡਾ ਆਪ ਦਾ ਜੀਵਨ ਜਾ ਰਿਹਾ। ਹਲੇ ਸੁਣਨ ਨਾਲ ਵਿਚਾਰ ਨਾਲ ਤਾਂ ਕੋਈ ਲੋਕਾਂ ਦਾ ਭਲਾ ਹੋ ਜੂ, ਪਰ ਸਾਡਾ ਖੇਤ ਉਜੜਿਆ ਹੋਇਆ ਵਾ। ਆਓ ਇਹਨੂੰ ਸਮਝੀਏ, ਗੁਰੂ ਭਗਤਾਂ ਦਰਸਾਏ ਰਾਹ 'ਤੇ ਆਪਾਂ ਚੱਲ ਕੇ ਸੱਚਖੰਡ ਦੇ ਵਾਸੀ ਬਣੀਏ। ਆਤਮਾ ਪ੍ਰਾਤਮਾ 'ਚ ਲੈ ਹੁਣ ਆਈ ਹੈ, ਹੁਣ ਇਹਦੀ ਗਤੀ ਹੋਣੀ ਹੈ। ਹਰਿਦੁਆਰ ਪਹੁੰਚਣਾ ਅਸੀਂ ਆਤਮਾ ਕਰਕੇ, ਸਰੀਰ ਕਰਕੇ ਨਹੀਂ। ਸਰੀਰ ਕਰਕੇ ਜੋ ਦਿਖ ਰਿਹਾ ਤੁਹਾਨੂੰ ਸਾਰ, ਜੋ ਉਪਜਿਆ ਸੋ ਬਿਨਸ ਹੈ ਪਰਵਾਜ ਕੇ ਕਾਲੇ, ਸਭ ਵਿਨਾਸ਼ ਹੋ ਜਾਣਾ ਵਾ। ਥਿਰ ਨਾਰਾਇਣ ਥਿਰ ਗੋਪਾਲ ਥਿਰ ਗੁਰੂ, ਸੱਚ ਹੀ ਥਿਰ ਹੈ, ਬਾਕੀ ਸਭ ਝੂਠ ਹੈ। ਕੁਛ ਟਾਈਮ ਲਈ ਸਾਨੂੰ ਇਹ ਮੌਕਾ ਮਿਲਿਆ, ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਇਹ ਗਤੀ ਪ੍ਰਾਪਤ ਕਰਨੀ ਹੈ, ਆਪਦੇ ਘਰ ਪਹੁੰਚਣਾ। ਉਹੀ ਸਤਿਗੁਰੂ ਸਮਝਾਉਂਦੇ ਨੇ। ਜੈ ਸਿਮਰਤ ਗਤ ਪਾਈਏ ਤੇ ਭਜਰ ਤੇ ਮੀਤ, ਕਹੋ ਨਾਨਕ ਸੁਨ ਰੇ ਮਨਾ ਔਧ ਘੜਤ ਹੈ ਨੀਤ। ਫਿਰ ਆਪਾਂ ਰਹਿ ਰਾ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਔਧ ਘਟੇ ਦਿਨ ਸਰਣਾਰੇ, ਮਨ ਮਿਲ ਗੁਰ ਕਾਜ ਸਵਾਰੇ। ਹੇ ਮਨਾ, ਸਮਾਂ ਤਾਂ ਭੱਜਿਆ ਜਾ ਰਿਹਾ ਵਾ, ਰੋਜ਼ ਘਟ ਰਿਹਾ ਵਾ। ਮਨ ਮਿਲ ਗੁਰ, ਗੁਰ ਤੋਂ ਭਾਵ ਗਿਆਨ। ਗਿਆਨ ਤੋਂ ਬਾਅਦ ਹੀ ਸਾਡੀ ਗਤੀ ਹੋਣੀ ਹੈ, ਉਹੀ ਗਤੀ ਹੈ। ਇਹ ਕਾਜ ਸਵਾਰਨਾ ਆਪਾਂ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਜਿੰਨੇ ਸੰਸਾਰੀ ਅਸੀਂ ਕੰਮ ਕਰਦੇ ਹਾਂ ਉਹ ਸਾਡੇ ਸਰੀਰ ਕਰਕੇ, ਉਹ ਸਾਰਿਆਂ ਨੇ ਕਰਨੀ ਹੈ। ਉਹੀ ਤਾਂ ਸਤਿਗੁਰਾਂ ਨੇ ਸਮਝਾਇਆ, ਹਾਥ ਪਾਉ ਕਾਮ ਕਰ ਸਭ। ਉਹ ਤਾਂ ਕਰਨੇ ਹੀ ਨੇ। ਘਾਲ ਖਾਏ ਕਿ ਸੱਥੋਂ ਦੇ ਨਾਨਕ ਰਾਹ ਪਛਾਣੇ ਛੇ। ਉਹੀ ਇਹ ਮਾਰਗ 'ਤੇ ਚੱਲਣਗੇ ਜਿਹੜੇ ਘਾਲ ਕਮਾਈ ਦੀ ਖਾਣਗੇ, ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਣਗੇ। ਉਹੀ ਸਤਿਗੁਰ ਸਮਝਾਉਂਦੇ ਨੇ। ਕਹੋ ਨਾਨਕ ਸੁਨ ਰੇ ਮਨਾ ਔਧ ਘੜਤ ਹੈ ਨੀਤ। ਸਤਿਗੁਰਾਂ ਤੋਂ ਆਪਾਂ ਪੁੱਛੀਏ ਕਿਵੇਂ ਸਾਨੂੰ ਗਿਆਨ ਪ੍ਰਾਪਤ ਹੋਊਗਾ, ਆਪਾਂ ਸ਼ਬਦ ਦੀ ਵਿਚਾਰ 'ਤੇ ਕਿਵੇਂ ਲੱਗਾਂਗੇ, ਕਿਵੇਂ ਸਾਡੇ 'ਤੇ ਕਿਰਪਾ ਹੋਊਗੀ। ਆਪਾਂ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਬੜਹੰਸ ਮਹੱਲਾ ਤੀਜਾ। ਮਾਇਆ ਮੋਹ ਗਵਾਰ ਹੈ, ਗੁਰ ਬਿਨ ਗਿਆਨ ਨਾ ਹੋਈ। ਸ਼ਬਦ ਲੱਗੇ ਤਿਨ ਬੂਝਿਆ, ਦੂਜੇ ਪਰਜ ਵਿਗੋਈ। ਸਤਿਗੁਰ ਐਂ ਸਮਝਾਉਂਦੇ ਆ, ਭਾਈ ਜਿਹੜੇ ਮਾਇਆ ਮੋਹ ਸਾਡਾ ਸੰਸਾਰ ਦਾ ਜਾਲ ਹੈ, ਵਿਕਾਰਾਂ ਨਾਲ ਜੁੜੇ ਹੋਏ ਅਸੀਂ, ਇਹ ਬਹੁਤ ਵੱਡਾ ਜਾਲ ਹੈ। ਇਹਦੇ ਕਰਕੇ ਸਾਡੇ ਅੰਦਰ ਹਨੇਰਾ। ਗੁਰ ਬਿਨ ਗਿਆਨ ਨਾ ਹੋਏ, ਗੁਰ ਸ਼ਬਦ ਤੋਂ ਬਿਨਾਂ ਸਾਨੂੰ ਗਿਆਨ ਨਹੀਂ ਹੋਣਾ। ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦੇ, ਸਾਡਾ ਛੁਟਕਾਰਾ ਨਹੀਂ ਹੋਣਾ। ਸ਼ਬਦ ਲੱਗੇ ਤਿਨ ਬੂਝਿਆ, ਦੂਜੇ ਪਰਜ ਵਿਗੋਈ। ਜਿਹੜੇ ਗੁਰਸਿੱਖ ਸੰਗਤ ਗੁਰੂ ਭਗਤਾਂ ਦੇ ਅਨੁਸਾਰ ਸ਼ਬਦ ਦੀ ਕਮਾਈ 'ਚ ਲੱਗ ਗਏ, ਜਿਨ੍ਹਾਂ ਨੇ ਕਿਰਪਾ ਰਹਿਮਤ ਲੈ ਲਈ ਕੁਦਰਤੀ, ਉਹਨਾਂ ਦਾ ਛੁਟਕਾਰਾ ਹੋ ਗਿਆ। ਉਹਨਾਂ ਨੇ ਖੇਲ ਬੁੱਝ ਲਈ। ਨਹੀਂ ਸੰਸਾਰ ਜੰਮਣ ਮਰਨ ਦੇ ਵਿੱਚੋਂ ਹੀ ਜਾ ਰਿਹਾ। ਦੂਜੇ ਪਰਜ ਵਿਗੋਈ। ਅੱਗੇ ਸਤਿਗੁਰ ਕੀ ਸਮਝਾਉਂਦੇ ਨੇ? ਮਨ ਮੇਰੇ ਗੁਰਮਤ ਕਰਨੀ ਸਾਰ, ਸਦਾ ਸਦਾ ਹਰ ਪ੍ਰਭੂ ਰਾਵੇ, ਤਾਂ ਪਾਵੇ ਮੁਖ ਦੁਆਰ। ਹੇ ਮੇਰੇ ਮਨਾ, ਗੁਰਮਤ ਤੋਂ ਭਾਵ ਗਿਆਨ ਮਤ।
ਆਪਾਂ ਸੁਖਮਨੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਗੁਰ ਕੀ ਮਤੁ ਲਿਹੋ ਆਣੇ, ਭਗਤੀ ਬਿਨਾ ਵੈ ਡੁੱਬੇ ਸਿਆਣੇ। ਜਿਹੜੇ ਡੁੱਬ ਗਏ ਅਸੀਂ ਉਧਰ ਨੂੰ ਜਾਂਦੇ ਭਾਈ। ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਪਜੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਜਿੱਡਾ ਮਰਜ਼ੀ ਸੰਸਾਰ 'ਚ ਕੋਈ ਸਿਆਣਾ ਬਣ ਜਾਵੇ, ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ। ਪਿੱਛੇ ਆਪਾਂ ਵਿਚਾਰ ਕੀਤੀ ਹੈ, ਰਾਜਾ ਪ੍ਰਜਾ ਸੰਕਰ ਮਾਰੇ, ਐਸੋ ਕਾਲ ਵਡਾਨੀ, ਇੱਕ ਨਹੀਂ ਚੱਲਦੀ ਭਾਈ। ਜੇ ਅਸੀਂ ਗੁਰਮਤ ਅਨੁਸਾਰ ਗੁਰੂ ਭਗਤਾਂ ਦੇ ਦਸਾਏ ਰਾਹ 'ਤੇ ਚੱਲਾਂਗੇ, ਇਹੀ ਕਰਨੀ ਕਰਾਂਗੇ, ਸਦਾ ਸਦਾ ਉਹਦੇ ਨਾਲ ਜੁੜੇ ਰਹਾਂਗੇ, ਤਾਂ ਪਾਵੇ ਮੋਖ ਦਵਾਰ। ਮੋਖ ਦਵਾਰ ਤੋਂ ਭਾਵ ਮਨ ਦੇ ਅੰਦਰੋਂ ਹੀ ਸਾਡਾ ਇਹ 10ਵਾਂ ਦਵਾਰ ਜਿਹੜਾ ਖੁੱਲ੍ਹ ਜਾਂਦਾ ਵਾ। 10ਵਾਂ ਦਵਾਰ ਤਾਂ ਖੁੱਲ੍ਹਿਆ, ਸਾਡੀ ਪਕੜ 'ਚ ਨਹੀਂ ਹੈ, ਗੁਪਤਾ ਹੋ। 9 ਦਵਾਰੇ ਪ੍ਰਗਟ ਕੀਏ 10ਵਾਂ ਗੁਪਤ ਰਹਾ ਹੈ। ਗੁਪਤ ਤੋਂ ਭਾਵ ਹੁੰਦਾ ਸਾਡੀ ਪਕੜ 'ਚ ਨਾ ਹੋਵੇ। ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ। ਨਿਰਾਕਾਰ ਦੁਨੀਆ ਨੂੰ ਸਮਝਾਉਣ ਖਾਤਰ ਸਤਿਗੁਰ ਭਗਤਾਂ ਨੇ ਅਨੇਕਾਂ ਉਪਦੇਸ਼ ਦੇ ਕੇ ਸਾਨੂੰ ਸਮਝਾਇਆ, ਪਰ ਅਸੀਂ ਉਹ ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਮਾਇਆ ਨੇ ਸਾਡੇ ਅੰਦਰ ਐਸਾ ਰੌਲਾ ਪਾਇਆ ਹੋਇਆ ਵਿਕਾਰਾਂ ਨੇ। ਅੰਧਕੂਪ ਮੇ ਪਤਤ ਵਿਕਰਾਲ, ਨਾਨਕ ਕੱਢ ਲਿਓ ਪ੍ਰਭ ਦਿਆਲ। ਇਹ ਦਿਆਲੂ ਪ੍ਰਭ ਕਿਰਪਾ ਕਰਕੇ ਕੱਢ ਲੈ। ਸਾਡੇ ਅੰਦਰ ਤਾਂ ਵਿਕਾਰਾਂ ਦਾ ਰੌਲਾ ਪੈ ਰਿਹਾ ਵਾ। ਉਹੀ ਤਾਂ ਭਾਈ ਭਗਤੀ ਕਰਨੀ ਸੀ, ਉਹੀ ਤਾਂ ਤਿਆਗ ਕਰਨਾ ਸੀਗਾ। ਅਸੀਂ ਤਾਂ ਅਰਦਾਸਾਂ ਹੀ ਮਾਇਆ ਦੀਆਂ ਕਰਦੇ ਹਾਂ। ਫਿਰ ਸਾਡਾ ਛੁਟਕਾਰਾ ਕਿਵੇਂ ਹੋਊਗਾ? ਤਾਂ ਸਾਰਾ ਕਾਲ ਦਾ ਤਮਾਸ਼ਾ ਹੈ। 10ਵੀਂ ਪਾਤਸ਼ਾਹੀ ਚੌਪਈ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਣ, ਸਗਲ ਕਾਲ ਕਾ ਕੀਆ ਤਮਾਸ਼ਾ। ਇਹ ਤਾਂ ਕਾਲ ਦਾ ਤਮਾਸ਼ਾ ਹੈ। ਕਾਲ ਤੋਂ ਤਾਂ ਅਸੀਂ ਬਚਣਾ ਸੀ, ਕਾਲ ਤੋਂ ਤਾਂ ਅਸੀਂ ਮੁਕਤ ਹੋਣਾ ਸੀ, ਪਰ ਤਾਈਓ ਮੁਕਤ ਹੋਵਾਂਗੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਹੋਏ ਤਾਰੇ। ਇਹ ਐਸੇ ਸਤਿਗੁਰ ਨੇ ਸੰਸਾਰ ਦੇ ਵਿੱਚ ਰਹਿਬਰ ਬਣ ਕੇ ਆਏ, ਸੰਸਾਰ ਦਾ ਭਲਾ ਕਰਨ। ਅਸੀਂ ਉਹਨਾਂ ਨੂੰ ਹੀ ਛੱਡਤਾ, ਫਿਰ ਸਾਨੂੰ ਕਾਲ ਨੇ ਕਿਵੇਂ ਛੱਡਣਾ ਵਾ? ਆਓ ਇਹਨਾਂ ਦੇ ਦਰਸਾਏ ਰਾਹ 'ਤੇ ਆਪਾਂ ਚੱਲੀਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ। ਰਹਾਓ ਗੁਣਾ ਕਾ ਨਿਦਾਨ ਏਕ ਹੈ, ਆਪੇ ਦੇ ਤਾਂ ਕੋ ਪਾਏ। ਬਿਨ ਨਾਵੇਂ ਸਭ ਵਿਛੜੀ, ਗੁਰ ਕੇ ਸ਼ਬਦ ਮਿਲਾਏ। ਕਿੰਨਾ ਪਿਆਰਾ ਲਿਖਿਆ ਸਤਿਗੁਰਾਂ ਨੇ। ਗੁਣਾ ਕਾ ਨਿਦਾਨ ਏਕ ਹੈ, ਇੱਕ ਤਾਂ ਹੈ ਭਾਈ, ਇੱਕੋ ਸਿਮਰੀਏ ਨਾਨਕਾ ਦੂਜਾ ਕਾਹੇ ਕੋ। ਬਿਨ ਨਾਵੇਂ ਸਭ ਵਿਛੜੀ, ਨਾਮ ਤੋਂ ਬਿਨਾਂ ਸਾਰੇ ਅਸੀਂ ਵਿਛੜ ਗਈਆਂ ਆਤਮਾ। ਹੁਣ ਗਿਆਨ ਲੈ ਕੇ ਅਸੀਂ ਫਿਰ ਪ੍ਰਾਤਮਾ ਨਾਲ ਮਿਲ ਜਾਣਾ, ਆਪਦੇ ਮੂਲ ਨਾਲ ਮਿਲ ਜਾਣਾ। ਹਰ ਬਿਸਰਤ ਤੇਰੇ ਗੁਣ ਗਲਿਆ, ਹਰ ਦੀ ਸਾਨੂੰ ਫਿਰ ਪ੍ਰਾਪਤੀ ਹੋ ਜਾਣੀ ਹੈ। ਬਾਣੀ ਹਰ ਦਰਸ਼ਨ ਹੈ, ਇਹ ਸਾਨੂੰ ਹਰ ਦਰਸ਼ਨ ਕਰਾਉਂਦੀ ਆ, ਉਹੀ ਤਾਂ ਅਸੀਂ ਕਰਨ ਆਏ ਹਾਂ। ਇੱਕ ਹੀ ਹੈ ਭਾਈ, ਗੁਣਾ ਕਾ ਨਿਦਾਨ ਏਕ ਹੈ, ਆਪੇ ਦੇ ਤੋ ਕੋ ਪਾਏ। ਉਹਦੀ ਕਿਰਪਾ ਰਹਿਮਤ ਨਾਲ ਆਪਾਂ ਲੈਣਾ, ਆਪਣੀ ਮੱਤ ਦਾ ਵਿਸ਼ਾ ਨਹੀਂ। ਆਪਾਂ ਆਪਣੀ ਮੱਤ ਨਾਲ ਹਟ ਜੋ ਕਰਦੇ ਆਏ, ਪਿੱਛੇ ਤੋਂ ਪ੍ਰਚਲਿਤ ਮੱਤਾਂ ਕੀ ਕੁਛ ਕਰਦੀਆਂ ਆਈਆਂ, ਉਹ 'ਚ ਹੰਕਾਰ ਹੀ ਪੈਦਾ ਹੋਇਆ। ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰ ਫਿਰ ਉਤਾਰ। ਫਿਰ ਜੰਮੀ ਜਾਂਦੇ ਆ, ਮਰੀ ਜਾਂਦੇ ਆ, ਪਰ ਗੁਰੂ ਦੇ ਭਾਣੇ ਨਹੀਂ ਚੱਲਦੇ। ਬਿਨ ਨਾਮੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਆਓ ਆਪਾਂ ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲ ਕੇ ਉਹਦੀ ਕਿਰਪਾ ਰਹਿਮਤ ਲਈਏ। ਬਿਨ ਨਾਮੇ ਸਭ ਵਿਛੜੀ, ਗੁਰ ਕੇ ਸ਼ਬਦ ਮਿਲਾਏ। ਇਹਦੇ ਨਾਲ ਹੀ ਆਪਣਾ ਮਨਾਪ ਹੋਣਾ, ਇਹਦੇ ਨਾਲ ਹੀ ਆਪਣੀ ਗਤੀ ਹੋਣੀ ਹੈ। ਮੇਰੀ ਮੇਰੀ ਕਰਦੇ ਘਟ ਗਏ, ਤੇ ਨਾ ਹਾਥ ਕਹੋ ਨਾ ਆਇਆ। ਸਤਿਗੁਰ ਮਿਲੀਏ ਸੱਚ ਮਿਲੇ, ਸਚ ਨਾਮ ਸਮਾਇਆ। ਸਤਿਗੁਰ ਸਮਝਾਉਂਦੇ ਨੇ, ਮੇਰੀ ਮੇਰੀ ਕਰਦੇ ਚਲੇ ਗਏ। ਮੇਰੀ ਮੇਰੀ ਕਰਦੇ ਸੇ ਦੋ ਦਿਨ ਸੇ ਭਾਈ। ਬਹੁਤ ਅਨੇਕਾਂ ਉਪਦੇਸ਼ ਨੇ ਮਾਇਆ ਦੇ ਸਾਨੂੰ ਦੇ ਕੇ ਸਮਝਾਇਆ। ਸਤਿਗੁਰ ਮਿਲੀਏ ਸੱਚ ਮਿਲੇ, ਸੱਚ ਦੇ ਗਿਆਨ ਤੋਂ ਬਾਅਦ ਸੱਚ ਦੀ ਪ੍ਰਾਪਤੀ ਹੁੰਦੀ ਆ। ਇਹ ਆਤਮਾ ਪ੍ਰਾਤਮਾ 'ਚ ਲੈਅ ਹੋ ਜਾਂਦੀ ਹੈ, ਸਮਾ ਜਾਂਦੀ ਹੈ। ਆਸਾ ਮਨਸਾ ਇਹ ਸਰੀਰ ਹੈ, ਅੰਤਰ ਜੋਤ ਜਗਾਏ। ਨਾਨਕ ਮਨਮੁਖ ਬੰਦ ਹੈ, ਗੁਰਮੁਖ ਮੁਕਤ ਕਰਾਏ। ਕਿੰਨਾ ਪਿਆਰ ਨਾਲ ਸਤਿਗੁਰਾਂ ਨੇ ਸਾਨੂੰ ਸਮਝਾਇਆ ਭਾਈ। ਜਿਹੜੀ ਇੱਛਾ ਨੇ, ਇਹਦੇ ਕਰਕੇ ਸਾਡਾ ਸਰੀਰ ਹੈ, ਇਹੀ ਤਾਂ ਕਾਲ ਹੈ। ਮਨਮੁਖ ਬੰਨਿਆ ਹੋਇਆ, ਹੁਣ ਕਿਵੇਂ ਛੁੱਟੇ ਵਿਚਾਰਾ ਇਹ। ਗੁਰਮੁਖ ਮੁਕਤ ਕਰਾਏ, ਗੁਰ ਦੀ ਮੱਤ ਲੈਣੀ, ਆਪਦੀ ਮੱਤ ਦਾ ਅਸੀਂ ਤਿਆਗ ਕਰਨਾ ਹੈ ਭਾਈ। ਮਨ ਕੀ ਤਿਆਗੇ ਮੱਤੜੀ, ਸੰਗ ਗੋਪਾਲੇ ਜਾਣ ਦੀ। ਉਹੀ ਸਤਿਗੁਰ ਸਮਝਾਉਂਦੇ ਨੇ ਭਾਈ। ਇਹ ਤਰੀਕੇ ਨਾਲ ਆਪਣੀ ਗਤੀ ਹੋਣੀ ਹੈ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਫਿਰ ਇਹ 9ਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਸਮਝਾਇਆ ਵਾ, ਜਹ ਸਿਮਰਤ ਗਤ ਪਾਈਏ। ਗਤੀ ਹੁੰਦੀ ਹੈ ਗਿਆਨ, ਗੁਰ ਸ਼ਬਦ 'ਚੋਂ ਸਾਨੂੰ ਗਿਆਨ ਪੈਦਾ ਹੋਊਗਾ, ਫਿਰ ਹੀ ਸਾਡਾ ਕਾਲ ਤੋਂ ਛੁਟਕਾਰਾ ਹੋਣਾ। ਅੱਗੇ ਆਪਾਂ ਗੌਂਡ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਦੇ ਕੁਛ ਬਚਨ ਲੈ ਲੈਂਦੇ ਹਾਂ। ਨਾਮ ਨਿਰੰਜਨ ਨੀਰ ਨਰਾਇਣ, ਰਸਨਾ ਸਿਮਰਤ ਪਾਪ ਬਲੈਣ। ਸਤਿਗੁਰੂ ਸਮਝਾਉਂਦੇ ਨੇ ਪੰਚਮ ਪਾਤਸ਼ਾਹ, ਨਾਮ ਇੱਕ ਐਸੀ ਸ਼ਕਤੀ ਹੈ
ਨਾਮੇ ਹੀ ਉਤਪਤ ਨਾਮੇ ਹੀ ਪਰਲੋ। ਜਿਹੜੀ ਸੰਸਾਰ ਦੇ ਵਿੱਚ ਨਾਮ ਲਈ ਜਾਂਦੇ ਇੱਕ ਦੂਜੇ ਨੂੰ ਦੇਈ ਜਾਂਦੇ, ਇਹ ਤਾਂ ਅਗਿਆਨਤਾ ਹੈ, ਇਹ ਤਾਂ ਸਾਡੀ ਆਪਦੀ ਸੋਚ ਹੈ। ਨਾਮ ਤੱਕ ਬਹੁਤ ਵੱਡੀ ਸ਼ਕਤੀ ਹੈ। ਨਾਮ ਨਾਲ ਤਾਂ ਸ੍ਰਿਸ਼ਟੀ ਪੈਦਾ ਹੁੰਦੀ ਹੈ। ਨਾਮੇ ਹੀ ਉਤਪਤ ਨਾਮੇ ਹੀ ਪਰਲੋ। ਕੋਈ ਸਤਿਗੁਰ ਸਮਝਾਉਂਦੇ ਨੇ ਨਾਮ ਨਿਰੰਜਨ, ਉਹ ਸਾਡੀ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ। ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈ ਲੈਂਦੇ ਹਾਂ। ਐਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਦੇਖ ਲਓ ਮਨ ਕੇ ਕੋਈ ਭਾਈ ਵਿਚਾਰ ਕੇ। ਜਪਜੀ ਸਾਹਿਬ ਦੇ ਵਿੱਚ ਵੀ ਸਾਨੂੰ 4 ਵਸਤਾਂ ਸਤਿਗੁਰਾਂ ਨੇ ਸਮਝਾਈਆਂ। ਸੁਣੀਏ, ਜਿਹੜੇ ਗੁਰਸਿੱਖਾਂ ਨੇ ਬਾਣੀ ਨੂੰ ਪ੍ਰੇਮ ਨਾਲ ਸੁਣਿਆ, ਉਹਨਾਂ ਨੇ ਮੰਨੀ ਹੈ। ਫਿਰ ਮਨ ਮੰਨ ਜਾਂਦਾ ਵਾ। ਮੰਨੇ ਤੋਂ ਬਾਅਦ ਹੀ ਖੇਰ ਸ਼ੁਰੂ ਹੁੰਦੀ ਹੈ। ਜਦ ਤੱਕ ਮਨ ਹੀ ਨਹੀਂ ਮੰਨਦਾ, ਪ੍ਰਾਪਤੀ ਨਹੀਂ ਹੁੰਦੀ। ਪੜ੍ਹੇ ਗੁਣੇ ਕਾ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜਦੋਂ ਮਨ ਤਾਂ ਟਿਕਿਆ ਹੀ ਨਹੀਂ ਭਾਈ, ਫਿਰ ਕੀ ਫਾਇਦਾ ਹੋਇਆ ਪੜ੍ਹੇ ਦਾ। ਉਹੀ ਸਤਿਗੁਰ ਸਮਝਾਉਂਦੇ ਨੇ, ਸੁਣੀਏ ਮੰਨੀਏ। ਜੇ ਸੁਣਦੇ ਅਸੀਂ ਵਿਚਾਰਦੇ ਹਾਂ, ਫਿਰ ਗਿਆਨ ਹੋ ਜਾਂਦਾ, ਸਾਡੀ ਗਤੀ ਹੋ ਜਾਂਦੀ ਹੈ, ਮਨ ਮੰਨ ਜਾਂਦਾ। ਸਾਨੂੰ 2 ਪਦਾਰਥ ਮਿਲ ਜਾਂਦੇ ਨੇ, ਗਿਆਨ ਅਤੇ ਮੁਕਤੀ। 2 ਰਹਿ ਜਾਂਦੇ ਨੇ ਅੱਗੇ ਸਤਿਗੁਰਾਂ ਦੇ ਚਰਨਾਂ ਨਾਲ ਲੱਗ ਕੇ, ਉਹ ਵੀ ਮਿਲ ਜਾਂਦੇ ਨੇ। ਇਹ ਆਪਾਂ ਤੁਰਾਂਗੇ ਗੁਰੂ ਭਗਤਾਂ ਦੇ ਰਸਾਏ ਰਾਹ 'ਤੇ, ਫੇਰ ਹੀ ਪ੍ਰਾਪਤੀ ਹੋਊਗੀ ਸਾਨੂੰ। ਸੁਣੀਏ ਮੰਨੀਏ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਫਿਰ ਤੀਜੀ ਅਵਸਥਾ ਜਾ ਕੇ ਆਪਦੇ ਮੂਲ ਨਾਲ ਪ੍ਰੇਮ ਪੈਂਦਾ ਹੈ। ਫਿਰ ਇਹ ਆਤਮਾ ਤੀਰਥ ਨੂੰ ਚਲੀ ਜਾਂਦੀ ਹੈ। ਉਹੀ ਤੀਰਥ ਦਾ ਹਰਦੁਆਰ ਆਪਦੇ ਮੂਲ ਸਮਾ ਜਾਂਦੀ ਹੈ। ਉਸ ਤੋਂ ਬਾਅਦ ਇਹਨੂੰ ਸਮਝ ਆਉਂਦੀ ਹੈ ਵੀ ਮੇਰੇ 'ਚ ਤਾਂ ਗੁਣ ਕੋਈ ਨਹੀਂ। ਸੁਣੀਏ ਮੰਨੀਏ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਭਗਤੀ ਅਸੀਂ ਫਿਰ ਕਰੀ ਜਾਂਦੇ, ਗੁਣ ਸਾਡੇ 'ਚ ਕੋਈ ਨਹੀਂ ਹੈਗਾ। ਸਰੀਰ ਕਰਕੇ ਪੂਰਨ ਬੰਨੀ ਬੈਠੇ ਨੇ, ਉਹੀ ਤਾਂ ਗਲਤੀ ਕਰ ਲਈ। ਉਹੀ ਤਾਂ ਸਾਰਾ ਕਾਲ ਦੇ ਵੱਸ ਹੈ, ਉਹ ਦੇਖ ਹੀ ਰਹੇ ਹਾਂ ਅਸੀਂ। ਚਲੋ ਆਓ ਆਪਾਂ ਸਾਰੇ ਮਿਲ ਕੇ ਇਹਨੂੰ ਵਿਚਾਰੀਏ, ਸਤਿਗੁਰਾਂ ਦੇ ਦਰਸਾਏ ਰਾਹ 'ਤੇ ਆਪਾਂ ਚੱਲੀਏ, ਆਪਣਾ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।